ਅਜਹੋਂ ਸੋ ਨਾਉ ਸਮੁੰਦਰ ਮਹਿ। ਵੱਡੇ ਹੋ ਕੇ ਗੁਰੂ ਤੋਂ ਵੱਡੀਆਂ ਵਡਿਆਈਆਂ ਪ੍ਰਾਪਤ ਕਰਕੇ ਵੀ ਬਾਬਾ ਜੀ ਸਦਾ ਹੀ ਗੁਰੂ ਪ੍ਰੈਣ ਪੂਰੀ ਨਿਰਮਾਣਤਾ ਵਿੱਚ ਹੀ ਰਹਿੰਦੇ ਸਨ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਈ। ਸਤਿਗੁਰੂ ਜੀ ਦਾ ਆਪਣੇ ਸਨਮੁਖ ਗੁਰਸਿੱਖਾਂ ਲਈ ਉਪਦੇਸ਼ ਇਹੀ ਹੈ ਕਿ ਗੁਰੂ ਦਾ ਸਨਮੁਖ ਗੁਰਸਿੱਖ ਕਦੇ ਵੀ ਆਪਾ ਨਹੀਂ ਜਣਾਉਂਦਾ ਅਤੇ ਹਉਮੈ ਤੋਂ ਬਚ ਕੇ ਚੱਲਦਾ ਹੈ। ਗੁਰੂ ਦੇ ਆਸਰੇ ਆਪਣਾ ਸਨਮੁਖ ਗੁਰਸਿੱਖਾਂ ਵਾਲਾ ਜੀਵਨ ਨਿਭਾ ਜਾਂਦਾ ਹੈ। ਸੰਤ ਬਾਬਾ ਜੀ ਸਦਾ ਹੀ ਕਹਿੰਦੇ ਸਨ ਕਿ ਇਸ ਮਨ ਦਾ ਕੀ ਭਰੋਸਾ ਹੈ ਕਿ ਕਦੋਂ ਡੋਲ ਜਾਵੇ। ਆਪਣੇ ਬਾਰੇ ਇਹ ਦੱਸ ਕੇ ਵੀ ਕਿ ਆਪਾਂ ਇਸ ਕਰਕੇ ਚੰਗੇ ਹਾਂ ਕਿ ਗੁਰੂ ਨੇ ਆਪਾਂ ਨੂੰ ਚੰਗੇ ਰੱਖ ਲਿਆ। ਫਿਰ ਵੀ ਸਦਾ ਹੀ ਸਾਵਧਾਨ ਹੋ ਕੇ ਗੁਰੂ ਦੇ ਆਸਰੇ ਹੀ ਰਹਿੰਦੇ ਸਨ। ਸੰਤ ਜੀ ਇੱਕ ਸਾਖੀ ਕਈ ਵਾਰ ਸੁਣਾਉਂਦੇ ਹੁੰਦੇ ਸੀ ਕਿ ਇੱਕ ਸਾਧੂ ਆਪਣੀ ਕੁਟੀਆ ਤੋਂ ਬਾਹਰ ਜਾਂਦਾ ਹੋਇਆ ਸ਼ਾਮ ਸਵੇਰ ਦੋਹੀਂ ਵਕਤ ਇੱਕ ਬੇਸਵਾ ਦੇ ਘਰ ਅੱਗੋਂ ਦੀ ਲੰਘਦਾ ਹੁੰਦਾ ਸੀ। ਬੇਸਵਾ ਨੇ ਉਸ ਪਵਿੱਤਰ ਜੀਵਨ ਵਾਲੇ ਸਾਧੂ ਦਾ ਅਕਸਰ ਮਜ਼ਾਕ ਉਡਾਉਣਾ ਕਿ ਬਾਬਾ ਮੈਨੂੰ ਦੱਸ ਕਿ ਤੇਰੀ ਦਾੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂੰਛ ਚੰਗੀ ਹੈ। ਸਾਧੂ ਬੇਪਰਵਾਹੀ ਰੰਗਾਂ ਵਿੱਚ ਬੇਸਵਾ ਦੇ ਹੀਣੇ ਬੋਲ ਸੁਣ ਕੇ ਚੁੱਪ ਕਰਕੇ ਅੱਗੇ ਲੰਘ ਜਾਇਆ ਕਰੇ। ਬੇਸਵਾ ਸਾਧੂ ਦੇ ਲੰਘਣ ਸਮੇਂ ਵਾਰ-ਵਾਰ ਉਹੀ ਸਵਾਲ ਫਿਰ ਪੁੱਛਿਆ ਕਰੇ ਕਿ ਬਾਬਾ ਦੱਸ ਕਿ ਮੇਰੇ ਕੁੱਤੇ ਦੀ ਪੂੰਛ ਚੰਗੀ ਹੈ ਜਾਂ ਤੇਰੀ ਦਾੜੀ ਚੰਗੀ ਹੈ। ਸਾਧੂ ਨੇ ਇੱਕ ਦਿਨ ਕਿਹਾ ਕਿ ਭਾਈ ਸਮਾਂ ਆਉਣ ਤੇ ਦੱਸਾਂਗੇ, ਅੱਜ ਨਹੀਂ। ਆਖਿਰਕਾਰ ਸਾਧੂ ਵੱਲੋਂ ਬੇਸਵਾ ਦੇ ਸਵਾਲ ਦਾ ਜਵਾਬ ਦੇਣ ਦਾ ਸਮਾਂ ਆ ਗਿਆ। ਸਾਧੂ ਜੀ ਬਿਮਾਰ ਹੋ ਗਏ, ਉਮਰ ਵੀ ਵੱਡੀ ਹੋ ਗਈ ਸੀ। ਅੰਤਲਾ ਸਮਾਂ ਜਾਣ ਕੇ ਪਿੰਡ ਦੇ ਲੋਕ ਸਮਾਧੀ ਸਥਿਤ ਪਏ ਹੋਏ ਸਾਧੂ ਜੀ ਪਾਸ ਇਕੱਠੇ ਹੋ ਗਏ। ਸਾਧੂ ਜੀ ਬੋਲੇ ਅਤੇ ਲੋਕਾਂ ਨੂੰ ਕਹਿਣ ਲੱਗੇ ਕਿ ਮੇਰਾ ਅੰਤ ਸਮਾਂ ਬਹੁਤ ਨੇੜੇ ਹੈ, ਚੱਲਣ ਦੀ ਤਿਆਰੀ ਹੈ, ਪਰ ਮੈਂ ਜਾਣ ਤੋਂ ਪਹਿਲਾਂ ਫਲਾਣੀ ਬੇਸਵਾ ਨਾਲ ਜ਼ਰੂਰ ਗੱਲ ਕਰਨੀ ਹੈ। ਲੋਕ ਸੋਚਾਂ ਵਿੱਚ ਪੈ ਗਏ ਕਿ ਅਸੀਂ ਕੀ ਸਮਝਦੇ ਸੀ, ਸਾਧੂ ਤਾਂ ਅੰਤ ਸਮੇਂ ਬੇਸਵਾ ਨੂੰ ਯਾਦ ਕਰ ਰਿਹਾ ਹੈ। ਸ਼ੱਕ ਵਿੱਚ ਪੈ ਗਏ, ਪਰ ਬੇਸਵਾ ਨੂੰ ਫਿਰ ਵੀ ਬੁਲਾ ਹੀ ਲਿਆਂਦਾ। ਸਭ ਦੇ ਸਾਹਮਣੇ ਕਹਿਣ ਲੱਗੇ ਕਿ ਅੱਜ ਹੁਣ ਮੇਰਾ ਚੱਲਣ ਦਾ ਸਮਾਂ ਹੈ, ਬਸ ਤਿਆਰੀ ਵਿੱਚ ਹਾਂ, ਤੇਰੇ ਸਵਾਲ ਦਾ ਜਵਾਬ ਦੇਣਾ ਹੈ। ਬਾਬਾ ਦੱਸ ਕੇ ਜਾਵੀਂ ਕਿ ਮੇਰੇ ਕੁੱਤੇ ਦੀ ਪੂੰਛ ਚੰਗੀ ਹੈ ਜਾਂ ਤੇਰੀ ਦਾੜੀ ਚੰਗੀ ਹੈ। ਮੇਰੀ ਪੁੱਤਰੀ, ਤੇਰੇ ਸਵਾਲ ਦਾ ਜਵਾਬ ਮੈਂ ਉਦੋਂ ਨਹੀਂ ਸੀ ਦੇ ਸਕਦਾ, ਕਿਉਂਕਿ ਅਜੋਂ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਭਾਵ ਬੇੜੀ ਅਜੇ ਸਮੁੰਦਰ ਵਿੱਚ ਸੀ। ਇਸ ਦਾ ਕੀ ਪਤਾ ਸੀ ਕਿ ਸਮੁੰਦਰ ਵਿੱਚੋਂ ਪਾਰ ਲੰਘੇਗੀ ਜਾਂ ਡੁੱਬ ਹੀ ਜਾਵੇਗੀ। ਦਾੜੀ ਉਸ ਸਮੇਂ ਚੰਗੀ ਸੀ, ਪਰ ਮਨ ਦਾ ਕੀ ਭਰੋਸਾ, ਕੀ ਪਤਾ ਕਦੋਂ ਡੋਲ ਜਾਵੇ। ਇਸ ਕਰਕੇ ਜਾਂ ਤਾਂ ਚੁੱਪ ਵੱਟੀ ਰੱਖੀ ਜਾਂ ਤੈਨੂੰ ਕਿਹਾ ਸੀ ਕਿ ਸਮਾਂ ਆਉਣ ਤੇ ਦੱਸਾਂਗੇ। ਅੱਜ ਸਮਾਂ ਆ ਗਿਆ ਹੈ, ਕੁਝ ਹੀ ਸਵਾਸ ਬਾਕੀ ਹਨ। ਹੁਣ ਪੁੱਤਰੀ, ਤੈਨੂੰ ਦੱਸ ਰਿਹਾ ਹਾਂ ਕਿ ਮੇਰੀ ਦਾੜੀ ਤੇਰੇ ਕੁੱਤੇ ਦੀ ਪੂੰਛ ਤੋਂ ਚੰਗੀ ਹੈ। ਬਸ ਤੈਨੂੰ ਕੇਵਲ ਇਹ ਦੱਸਣ ਲਈ ਹੀ ਬੁਲਾਇਆ ਸੀ। ਬੇਸਵਾ ਨੂੰ ਵੀ ਲੋਕਾਂ ਨੂੰ ਵੀ ਸਾਧੂ ਜੀ ਦੀ ਵਡਿਆਈ ਦੀ ਅੱਜ ਸਮਝ ਆ ਗਈ। ਸੰਤ ਬਾਬਾ ਜੀ ਦੀ ਵਡਿਆਈ ਵੀ
ਇਸ ਤੋਂ ਪੂਰੀ ਸਪਸ਼ਟ ਹੋ ਜਾਂਦੀ ਹੈ ਕਿ ਵੱਡੀਆਂ ਵਡਿਆਈਆਂ ਪ੍ਰਾਪਤ ਕਰਕੇ ਵਾਹਿਗੁਰੂ ਦੀ ਰਜ਼ਾ ਵਿੱਚ ਵਾਹਿਗੁਰੂ ਦੀ ਪ੍ਰੇਰਨਾ ਅਨੁਸਾਰ ਸਮੂਹ ਸੰਗਤ ਅਤੇ ਸੰਸਾਰ ਬਾਰੇ ਬਚਨ ਕਰਕੇ ਕਿ ਚੰਗੇ ਉਹ ਨੇ ਜਿਨ੍ਹਾਂ ਦਾ ਪਰਦਾ ਢਕਿਆ ਹੋਇਆ ਹੈ, ਮਾੜੇ ਉਹ ਨੇ ਜਿਨ੍ਹਾਂ ਦਾ ਪਰਦਾ ਚੁੱਕਿਆ ਗਿਆ, ਪਰ ਹੈਨ ਸਾਰੇ ਇੱਕਸਾਰ ਹੀ। ਜਾਂ ਫਿਰ ਆਪਾਂ ਇਸ ਕਰਕੇ ਚੰਗੇ ਹਾਂ ਕਿਉਂਕਿ ਗੁਰੂ ਨੇ ਆਪਾਂ ਨੂੰ ਚੰਗੇ ਰੱਖ ਲਿਆ। ਫਿਰ ਵੀ ਆਪਣੇ ਮਨ ਦਾ ਭਰੋਸਾ ਕਦੇ ਨਹੀਂ ਸੀ ਕਰਦੇ, ਹਮੇਸ਼ਾ ਅਜੋ ਸੋ ਨਾਉ ਸਮੁੰਦਰ ਮੈਂ ਦਾ ਜ਼ਿਕਰ ਹੀ ਕਰਦੇ ਸਨ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਉਹ ਸਭਨਾਂ ਬਾਰੇ ਬਚਨ ਕਰਨ ਸਮੇਂ ਆਪ ਨਹੀਂ ਸੀ ਬੋਲ ਰਹੇ, ਗੁਰੂ ਸਾਹਿਬ ਹੀ ਬੁਲਾ ਰਹੇ ਸਨ। ਉਹਨਾਂ ਦੇ ਜੀਵਨ ਤੋਂ ਸਭ ਨੂੰ ਸਮਝ ਲੱਗ ਹੀ ਰਿਹਾ ਹੈ ਕਿ ਉਹ ਇਸ ਤਰ੍ਹਾਂ ਬੋਲਣ ਵਾਲੇ ਨਹੀਂ ਸਨ। ਹੋਰਾਂ ਦੀ ਗੱਲ ਤਾਂ ਵੱਖਰੀ ਹੈ। ਉਹਨਾਂ ਨੂੰ ਜਾਣਨ ਵਾਲੇ ਅਤੇ ਉਹਨਾਂ ਦੇ ਪਿਆਰ ਵਾਲੇ ਸਮੂਹ ਗੁਰਸਿੱਖਾਂ ਦੀ ਸੰਗਤ ਵੀ ਇਸ ਗੱਲ ਨੂੰ ਜਾਣ ਕੇ ਹੈਰਾਨ ਹੋਣਗੇ ਕਿ ਬਾਬਾ ਜੀ ਨੇ ਇੰਨੀ ਗੱਲ ਕਿਵੇਂ ਬੋਲ ਦਿੱਤੀ ਹੋਵੇਗੀ। ਇਸ ਗੱਲ ਦਾ ਹੋਰ ਕਿਸੇ ਨੂੰ ਪਤਾ ਵੀ ਨਹੀਂ ਹੈ। ਬੁਲਾਉਣ ਵਾਲਾ ਸੱਚਾ ਸਤਿਗੁਰੂ ਹੀ ਬੁਲਾ ਰਿਹਾ ਸੀ, ਸਮੂਹ ਗੁਰਸਿੱਖਾਂ ਨੂੰ ਸਮਝਾਉਣ ਲਈ ਹੀ ਬੁਲਾ ਰਿਹਾ ਸੀ ਕਿ ਜਨਮਾਂ ਜਨਮਾਂ ਤਾਈਂ ਦਿਨ ਰਾਤ ਇੱਕ ਕਰਕੇ ਨਾਮ ਜਪਣ ਦੀ ਕਮਾਈ ਕਰਨ ਵਾਲੇ ਹੀ ਚੰਗੇ ਰਹਿ ਸਕਦੇ ਹਨ। ਬਾਕੀ ਸਭ ਜੀਵ ਅਗਨ ਸਾਗਰ ਸੰਸਾਰ ਵਿੱਚ ਅਗਨੀ ਦੇ ਸੇਕ ਤੋਂ ਨਹੀਂ ਬਚ ਸਕਦੇ। ਜਨਮਾਂ ਜਨਮਾਂ ਤਾਈਂ ਨਾਮ ਦੀ ਕਮਾਈ ਕਰਕੇ ਵਾਹਿਗੁਰੂ ਦਾ ਸਰੂਪ ਬਣ ਜਾਣ ਵਾਲੇ ਗੁਰਸਿੱਖਾਂ ਬਾਰੇ ਗੁਰਬਾਣੀ ਸੇਧ ਦੇ ਰਹੀ ਹੈ। ਪੂਰਨ ਕਬਹੁ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਗੁਰੂ ਦੀ ਪਿਆਰੀ ਸੰਗਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਤੇ ਹੋਰ ਪੂਰਨ ਗੁਰਸਿੱਖਾਂ ਨੇ ਉਹਨਾਂ ਦੇ ਸੰਗ ਸਹਾਈ ਹੋ ਕੇ ਨਾਮ ਜਪਣ ਦੀ ਅਤ ਦੀ ਕਰੜੀ ਘਾਲ ਕਮਾਈ ਕਰਵਾ ਕੇ ਪੂਰਾ ਕਰ ਦਿੱਤਾ। ਭਾਵ ਜੋਤ ਵਿੱਚ ਜੋਤ ਰਲ ਕੇ ਜਿਉਂਦੇ ਜੀ ਹੀ ਇੱਕ ਹੋ ਗਈ। ਜਦੋਂ ਵਾਹਿਗੁਰੂ ਜੀ ਤੋਂ ਵਖਰੇਵਾਂ ਹੀ ਖਤਮ ਹੋ ਗਿਆ ਤਾਂ ਫਿਰ ਉਹਨਾਂ ਦੇ ਘਟਣ ਬਾਰੇ ਸੋਚਣਾ ਹੀ ਨਿਰਮੂਲ ਹੈ। ਉਹ ਤਾਂ ਫਿਰ ਵਾਹਿਗੁਰੂ ਦਾ ਪਾਵਨ ਸਰੂਪ ਬਣ ਕੇ ਸਦਾ ਚੜ੍ਹਦੀ ਕਲਾ ਵਿੱਚ ਹੀ ਬੇਗਮਪੁਰੇ ਦੇ ਵਾਸੀ ਹੀ ਬਣ ਕੇ ਰਹੇ ਸਨ। ਸਰੀਰ ਕਰਕੇ ਸੰਸਾਰ ਵਿੱਚ ਰਹਿੰਦੇ ਸਨ, ਪਰ ਅਸਲ ਵਿੱਚ ਤਾਂ ਸਦਾ ਬੇਗਮਪੁਰੀ ਹੀ ਵਸਦੇ ਸਨ। ਸੰਸਾਰ ਵਿੱਚ ਜੀਵਤ ਰਹਿੰਦੇ ਹੋਏ ਹੀ ਗੁਰਸਿੱਖਾਂ ਦੀ ਵਾਹਿਗੁਰੂ ਦੀ ਜੋਤ ਵਿੱਚ ਜੋਤ ਰਲ ਕੇ ਕਿਵੇਂ ਇੱਕ ਹੋ ਜਾਂਦੀ ਹੈ, ਇਹ ਵਿਚਾਰ ਸੇਵਾ ਦੀ ਮੂਰਤ ਅਤ ਦੇ ਸ਼ਾਂਤ ਸੁਭਾਅ ਵਾਲੇ ਬਾਬਾ ਜੀ ਜਸਮੇਰ ਸਿੰਘ ਜੀ ਪ੍ਰਧਾਨ ਜੀ ਦੇ ਜੀਵਨ ਵਿੱਚ ਸਪਸ਼ਟ ਕਰਾਂਗਾ। ਉਹਨਾਂ ਦੇ ਜਿਉਂਦੇ ਜੀ ਹੀ ਜਿਵੇਂ ਉਹਨਾਂ ਦੀ ਜੋਤ ਵਾਹਿਗੁਰੂ ਦੀ ਜੋਤ ਵਿੱਚ ਰਲ ਗਈ ਸੀ, ਅਤੇ ਇਸ ਬਾਰੇ ਉਹਨਾਂ ਨੇ ਆਪਣੇ ਪ੍ਰੇਮੀ 2-3 ਗੁਰਸਿੱਖਾਂ ਨੂੰ ਦੱਸ ਵੀ ਦਿੱਤਾ ਸੀ। ਉਹਨਾਂ ਦੇ ਬਚਨਾਂ ਸਮੇਤ ਉਹਨਾਂ ਦੇ ਜੀਵਨ ਵਿੱਚ ਲਿਖਾਂਗਾ। ਵਾਹਿਗੁਰੂ ਦੇ ਸਰੂਪ ਪੂਰਨ ਗੁਰਸਿੱਖ ਅਧਿਆਪਕ ਵਿੱਚ ਪੂਰੇ ਗਿਆਨ ਦੇ ਨਾਲ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਵੀ ਪੂਰਾ ਗੁਣ ਹੁੰਦਾ ਹੈ। ਇਸ ਕਰਕੇ ਉਹੀ ਚੰਗਾ ਅਧਿਆਪਕ ਹੁੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਇਹਨਾਂ ਨੂੰ ਗੁਰਸਿੱਖੀ ਦੇ ਚੰਗੇ ਅਧਿਆਪਕ ਬਣਾ ਕੇ ਅਜਿਹੇ ਵਚਨ ਕਰਵਾਏ ਸਨ ਜਿਹੜੇ ਸਭਨਾਂ ਨੂੰ ਸਮਝਾ ਗਏ ਅਤੇ ਸਦਾ ਹੀ ਸਮਝਾਉਂਦੇ ਰਹਿਣਗੇ ਕਿ ਕਿਸੇ ਦੀ ਵੱਡੀ ਉਮਰ ਦੀ ਕਿਸੇ ਦੂਜੇ ਨਾਲ ਕੀ ਰਿਸ਼ਤਾ ਹੈ, ਕਿੰਨੀ ਕੁ ਨਾਮ ਜਪਣ ਦੀ ਕਮਾਈ ਕਰ ਲਈ ਹੈ ਆਦਿ ਕੋਈ ਹਾਲਤ ਵੀ ਛੋਟ ਨਹੀਂ ਦਿੰਦੀ। ਸਦਾ ਹੀ ਸਾਵਧਾਨ ਰਹਿਣ ਦਾ ਸਬਕ ਪੜ੍ਹਾ ਗਏ। ਵਾਰ-ਵਾਰ ਯਾਦ ਰੱਖਣਾ ਦ੍ਰਿੜ ਕਰਵਾ ਗਏ ਕਿ ਬੇੜੀ ਅਜੇ ਸਮੁੰਦਰ ਵਿੱਚ ਹੀ ਹੈ, ਪਤਾ ਨਹੀਂ ਪਾਰ ਲੰਘ ਜਾਵੇਗੀ ਜਾਂ ਕਦੋਂ ਡੁੱਬ ਜਾਵੇਗੀ।
ਨਾਮ ਜਪਣ ਦੀ ਬਹੁਤ ਕਮਾਈ ਕਰਕੇ ਵੀ ਸਾਵਧਾਨਤਾ ਨਹੀਂ ਛੱਡਣੀ। ਆਪਣੇ ਮਨ ਅੰਦਰ ਚਮਕਦੇ ਅੱਖਰਾਂ ਵਿੱਚ ਲਿਖ ਕੇ ਵਾਰ-ਵਾਰ ਪੜ੍ਹਦੇ ਅਤੇ ਸਮਝਦੇ ਰਹਿਣਾ ਹੈ। ਅਜਹੋਂ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਇੱਕ ਇੰਨਾ ਵੱਡਾ ਗੁਰਸਿੱਖੀ ਦਾ ਅਧਿਆਪਕ ਆਪਣੇ ਆਪ ਤੇ ਭਰੋਸਾ ਨਹੀਂ ਕਰ ਰਿਹਾ, ਕੇਵਲ ਇਹ ਦੱਸਣ ਲਈ ਹੀ ਭਰੋਸਾ ਨਹੀਂ ਕਰ ਰਿਹਾ ਸੀ, ਕਿਉਂਕਿ ਉਹਨਾਂ ਨੇ ਹੋਰਨਾਂ ਨੂੰ ਸਬਕ ਪੱਕਾ ਕਰਵਾਉਣਾ ਸੀ ਕਿ ਹੋਰਨਾਂ ਸਭਨਾਂ ਨੂੰ ਉਹਨਾਂ ਨਾਲੋਂ 100 ਗੁਣਾ ਵੱਧ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਢਹਿੰਦੀ ਜਾਏ ਕਰਾਰ, ਵਹਿਣ ਵਹੰਦੇ ਮੈਂ ਡਿਠਿਆ। ਗੁਰਵਾਕ ਅਨੁਸਾਰ ਗੁਰੂ ਸਾਹਿਬ ਜੀ ਦੱਸ ਰਹੇ ਹਨ ਕਿ ਮੈਂ ਬਹੁਤ ਸਾਰਿਆਂ ਨੂੰ ਸੰਸਾਰ ਸਮੁੰਦਰ ਵਿੱਚ ਰੁੜਦੇ ਹੋਏ ਜਾਂ ਡੁੱਬਦੇ ਹੋਏ ਵੇਖਿਆ ਹੈ। ਸੰਤ ਬਾਬਾ ਜੀ ਇਹ ਉਪਦੇਸ਼ ਸਮੂਹ ਸੰਗਤ ਨੂੰ ਦ੍ਰਿੜ ਕਰਵਾ ਰਹੇ ਹਨ ਕਿ ਇਸ ਤਰ੍ਹਾਂ ਸਾਵਧਾਨਤਾ ਰੱਖਣੀ ਹੈ, ਕੇਵਲ ਤਾਂ ਹੀ ਬੇੜੀ ਪਾਰ ਹੋ ਜਾਣ ਦੀ ਆਸ ਰੱਖੀ ਜਾ ਸਕਦੀ ਹੈ।